ये स्टूडेंट्स हूँ ਅਸੀਂ ਕਰਾਂਗੇ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਦੈਟ ਇਜ਼ empirical formula and molecular formula. Empirical formula ਕੀ ਹੁੰਦਾ ਹੈ? A chemical formula that gives the total number of atoms of the each element in each molecule of a substance. It is called as molecular formula. And empirical formula shows the simplest whole number of the atoms in the compound. ਹੁਣ ਐਗਜ਼ਾਮਪਲ ਦੇ ਤੌਰ ਤੇ ਆਪਾਂ ਕਹਿੰਦੇ ਹਾਂ molecular formula ਜਿੱਦਾਂ ਆਪਾਂ ਕਹਿ ਸਕਦੇ ਇਥੇਨ ਦਾ that is C2H6 but ਇਹਦਾ simplest form ਕੀ ਹੋਏਗਾ C1H3. Glucose C6H12O6 ਇਹਦੀ ਸਿੰਪਲੈਸਟ ਰੇਸ਼ੋ ਸਾਡੀ ਕੀ ਨਿਕਲੇਗੀ C1H2O ਮਤਲਬ 6 ਦੇ ਟੇਬਲ ਦੇ ਉੱਪਰ ਚਲੇ ਗਿਆ ਇਹ ਕੀ ਬਣ ਗਿਆ ਸਾਡਾ C1 ਇੱਥੇ H2 ਐਂਡ ਇੱਥੇ O1 ਇਹ ਆ ਗਈ ਸਾਡੀ ਸਿੰਪਲੈਸਟ ਰੇਸ਼ੋ। ਇਹ ਕੁਐਸਚਨ ਹਰ ਸਾਲ ਪੇਪਰ ਵਿੱਚ ਆਉਂਦੇ ਆਈਸੀਐਸ ਦੇ ਵਿੱਚ ਦੈਟ ਇਜ਼ ਇੰਪੀਰੀਕਲ ਐਂਡ ਮੋਲੀਕੂਲਰ ਫਾਰਮੂਲਾ ਦਾ, ਸੋ ਬਿਲਕੁਲ ਧਿਆਨ ਨਾਲ ਇਹ ਕੰਸੈਪਟ ਸਮਝਿਓ। ਹੁਣ ਇਹਦੇ ਵਿੱਚ ਇੱਕ ਟਰਮ ਜੇ ਇੱਕ ਡਿਫਰੈਂਸ ਆਇਆ ਜੋ ਡਿਫਰੈਂਸ ਆਇਆ 2 ਦਾ C2H6 ਦੇ ਵਿੱਚੋਂ ਜਿਹੜਾ 2 ਸੀ ਕਾਮਨ ਲਿੱਤਾ ਇਹ ਬਣ ਗਿਆ ਸਾਡਾ C1H3 ਦੈਟ ਇਜ਼ ਸਿੰਪਲਰ ਰੇਸ਼ੋ। एंड सिमिलरली ग्लूकोज जो 6 कॉमन आया ये साढ़ा बन गया C1H2O1। सो ये जो 2 या 6 है साढ़े को इक्वल टू n होंगे एंड हियर इज द होल नंबर वैल्यू, ठीक है जी। सो उस तो बाद जो फॉर्मूले जो तुहानूं याद करने पैने न्यूमेरिकल वास्ते, न्यूमेरिकल बहुत ही इंपॉर्टेंट हैगे है जो इस तो बाद हम कर लगे हैं। पहला साढ़ा हैगा मॉलिक्यूलर वेट दा n इंटू वेपर डेंसिटी, ਇਹਦਾ क्वेश्चन पेपर च आंदा हैगा। उस तो बाद मॉलिक्यूलर वेट होंदा n इंटू इंपीरिकल वेट एंड द लास्ट जो असी क्वेश्चन एक्चुअली जो अपना फाइंड करना होंदा दैट इज मॉलिक्यूलर वेट इज इक्वल टू n इंटू इंपीरिकल वेट। सो ये 3 फॉर्मूलेज हैगे जो अगे आप यूज करने हैं। सो लेट्स स्टार्ट विद द क्वेश्चंस। ये स्टूडेंट्स सो साडे कोल इस तरह न्यूमेरिकल आंदा हैगा पेपर दे विच, बिल्कुल ध्यान नाल समझियो। क्वेश्चन हैगा अ कंपाउंड कार्बन जिहदी परसेंटेज गिवन हैगी 40%, हाइड्रोजन 6.7%, ऑक्सीजन 53.3%। ਇਹਦੇ ਵਿੱਚ ਅਸੀਂ ਜੋ ਮੋਲੀਕੂਲਰ ਮਾਸ ਸਾਡੇ ਕੋਲ ਗਿਵਨ ਹੈ ਕੁਐਸਚਨ ਦੈਟ ਇਜ਼ 60 ਗਿਵਨ ਹੈਗਾ, ਇਹ 'ਚ ਆਪਾਂ ਫਾਈਂਡ ਕਰਨੀ ਹੈ ਇੰਪੀਰੀਕਲ ਐਂਡ ਮੋਲੀਕੂਲਰ ਫਾਰਮੂਲਾ ਅਸੀਂ ਫਾਈਂਡ ਕਰਨਾ ਹੈ। ਸੋ ਇੱਕ ਟੈਬਲੇਟ ਫਾਰਮ ਦੇ ਤੁਸੀਂ ਇਹ ਬਣਾਓਗੇ ਪ੍ਰੋਪਰਲੀ, ਜਦੋਂ ਵੀ ਤੁਹਾਨੂੰ ਇਹ ਪਰਸੈਂਟੇਜ ਦਾ ਵੈਲਿਊਜ਼ ਗਿਵਨ ਹੋਣਗੀਆਂ ਤੁਸੀਂ ਇੱਕ ਟੈਬਲੇਟ ਫਾਰਮ ਬਣਾਉਣਾ ਹੈਗਾ। ਸਭ ਤੋਂ ਪਹਿਲਾਂ ਤੁਸੀਂ ਲਿਖੋਗੇ ਐਲੀਮੈਂਟ ਜੋ ਤੁਹਾਡੇ ਕੋਲ ਐਲੀਮੈਂਟਸ ਗਿਵਨ ਹੈਗੇ, ਉਸ ਤੋਂ ਬਾਅਦ ਤੁਸੀਂ ਲਿਖੋਗੇ ਪਰਸੈਂਟ ਕੰਪੋਜੀਸ਼ਨ, ਫਿਰ ਉਸ ਐਲੀਮੈਂਟਸ ਦਾ ਮਾਸ ਲਿਖੋਗੇ, ਉਸ ਤੋਂ ਬਾਅਦ ਲਿਖੋਗੇ ਉਹਦਾ ਐਟੋਮਿਕ ਰੇਸ਼ੋ ਦੀ ਫਾਈਂਡ ਕਰੋਗੇ। ਹੁਣ ਕਿਸ ਤਰ੍ਹਾਂ ਫਾਈਂਡ ਕਰੋਗੇ ਐਂਡ ਲਾਸਟ ਆਪਾਂ ਫਾਈਂਡ ਕਰਨਾ ਹੈਗਾ ਸਿੰਪਲ ਰੇਸ਼ੋ। ਸਭ ਤੋਂ ਪਹਿਲਾਂ ਅਸੀਂ ਕੀ ਲਿਖਣਾ ਹੈਗਾ ਜੋ ਸਾਡੇ ਕੋਲ ਗਿਵਨ ਐਲੀਮੈਂਟਸ ਹੈਗੇ ਆ ਉਹਦੀ ਪਰਸੈਂਟੇਜ ਆਪਾਂ ਲਿਖਣੀ ਜੋ ਸਾਨੂੰ ਗਿਵਨ ਹੈ। ਕਾਰਬਨ ਪਹਿਲੇ ਐਲੀਮੈਂਟ ਲਿਖਾਂਗੇ ਕਾਰਬਨ, हाइड्रोजन, ऑक्सीजन, 3 एलिमेंट्स गिवन है ये कॉम्बिनेशन लिखो 40%, 6.7%, 53.3%, एक कॉम्बिनेशन आ गई। हुण तीनों का मास लिखो, इहदा कितना मास है 12, हाइड्रोजन का 1, ऑक्सीजन का 16 लिख लिया जी। इस तो आप की फाइंड करनी है एटॉमिक रेशो फाइंड करनी है। एटॉमिक रेशो की होंदी है परसेंटेज कॉम्पोजिशन अपॉन द एटॉमिक वेट की हैगी है। एटॉमिक रेशो की है परसेंटेज कॉम्पोजिशन अपॉन एटॉमिक वेट, बेटा याद रखियो। हुण परसेंटेज कॉम्पोजिशन की है सब तो पहला ਇਹਦੀ ਕਿੰਨੀ ਕਾਰਬਨ ਦੀ ਕਿੰਨੀ ਹੈ 40 ਹੈ 40/12 12 ਕੀ ਇੱਥੇ ਐਟੋਮਿਕ ਮਾਸ, ਸੋ ਇੱਥੇ ਪੁੱਟ ਕਰ ਦੋ 40/12। ਉਸ ਤੋਂ ਬਾਅਦ ਅੱਗੇ 6.7/1, ਠੀਕ ਹੈ, ਐਂਡ ਲਾਸਟ ਦੇ ਵਿੱਚ 53.3/16। ਸੋ ਇਹ ਤਿੰਨਾਂ ਨੂੰ ਕੈਲਕੂਲੇਟ ਕਰਕੇ ਤੁਹਾਡਾ ਨੀਅਰ ਅਬਾਊਟ ਆਨਸਰ ਬਣੇਗਾ। ਪਹਿਲੇ ਦਾ ਬਣੇਗਾ 3.3, ਉਸ ਤੋਂ ਬਾਅਦ ਅਗਲੇ ਦਾ ਬਣੇਗਾ 6.7, ਉਸ ਤੋਂ ਬਾਅਦ ਅਗਲੇ ਦਾ ਬਣੇਗਾ 3.3 ਐਂਡ ਲਾਸਟ ਜੋ ਸਿੰਪਲ ਰੇਸ਼ੋ ਆਪਾਂ ਕਰਨੀ ਹੁੰਦੀ ਹੈ ਉਹ 'ਚ ਆਪਾਂ ਕੀ ਕਰਦੇ ਹੁੰਦੇ ਆ ਇਹਦੇ ਵਿੱਚੋਂ ਜੋ ਸਭ ਤੋਂ ਛੋਟੀ ਵੈਲਿਊ ਹੈਗੀ ਹੈ, ਜੋ ਸਭ ਤੋਂ ਛੋਟੀ ਵੈਲਿਊ ਹੈਗੀ ਹੈ ਉਹਨੂੰ ਅਸੀਂ ਕੀ ਕਰਾਂਗੇ ਬਾਕੀ ਸਾਰੀ ਕੁਐਸਚਨਾਂ ਕੀ ਕਰਾਂਗੇ ਡਿਵਾਈਡ ਕਰ ਦੇਵਾਂਗੇ। ਜਿੱਦਾਂ 3.3 ਆ ਰਹੀ ਹੈ ਇੱਥੇ 6.7 ਹੈ ਇੱਥੇ 3.3 ਹੈ, ਸਭ ਤੋਂ ਛੋਟੀ ਕੀ ਹੈ 3.3 ਦੇਖੀ ਰਹੀ ਹੈ। ਸੋ ਕੀ ਕਰਾਂਗੇ ਆਪਾਂ 3.3 ਲਾਸਟ ਦੇ ਵਿੱਚ ਡਿਵਾਈਡਡ ਬਾਈ 3.3, ਇੱਥੇ 6.7 ਡਿਵਾਈਡਡ ਬਾਈ 3.3, ਇੱਧਰ 3.3 ਡਿਵਾਈਡਡ ਬਾਈ 3.3। ਸੋ ਇਹਦਾ ਕੈਲਕੂਲੇਟ ਕਰਾਂਗੇ 1, ਇਹਦਾ ਕਿੰਨਾ ਆ ਗਿਆ ਕੈਲਕੂਲੇਟ ਕਰਕੇ 2, ਇਹਦਾ 1 ਆ ਗਿਆ। ਸੋ ਵੀ ਗੈਟ ਦ ਐਮਪੀਰੀਕਲ ਫਾਰਮੂਲਾ ਇਜ਼ C1, देखो ना सेपरेशन नहीं आ रही है 1 आ रही है, हाइड्रोजन का 2, ऑक्सीजन का 1, सो की बन गया C1H2O1, C1H2O1, ठीक है ना। असि सिंपलेस्ट रेशो देखनी कितनी आती है कैलकुलेट करने तो बाद उस वाला की बन जाना है इंपीरिकल फॉर्मूला दैट इज C1, ठीक है। H की सिंपल रेशो कितनी आ रही है 2, ऑक्सीजन कितनी आ रही है 1, ठीक है। सो ये आ गया इंपीरिकल फॉर्मूला। हुण ਅਸੀਂ ਫਾਈਂਡ ਕੀ ਕਰਨਾ ਸੀਗਾ ਨਾਲ ਮੋਲੀਕੂਲਰ ਫਾਰਮੂਲਾ। ਸਾਡਾ ਪਹਿਲਾ ਪਾਰਟ ਨਿਕਲ ਗਿਆ ਇੰਪੀਰੀਕਲ ਫਾਰਮੂਲਾ ਜਿਸ ਕੈਲਕੂਲੇਟ ਕਰਨਾ ਸੀਗਾ, ਠੀਕ ਹੈ। ਹੁਣ ਅਸੀਂ ਫਾਈਂਡ ਕਰਾਂਗੇ ਆਪਣਾ ਮੋਲੀਕੂਲਰ ਫਾਰਮੂਲਾ। ਮੋਲੀਕੂਲਰ ਫਾਰਮੂਲਾ ਅਸੀਂ ਕਿੱਦਾਂ ਫਾਈਂਡ ਕਰਾਂਗੇ ਉਹਦੇ ਵਾਸਤੇ ਸਾਨੂੰ ਚਾਹੀਦਾ ਹੈਗਾ ਸਭ ਤੋਂ ਪਹਿਲਾਂ ਤੇ n ਦੀ ਵੈਲਿਊ, ਠੀਕ ਹੈ ਨਾ। ਇਹ ਤੁਹਾਨੂੰ ਪਤਾ ਹੁੰਦਾ ਮੋਲੀਕੂਲਰ ਫਾਰਮੂਲਾ ਤੁਹਾਨੂੰ ਪਿੱਛੇ ਉਹਨੇ ਮੈਂ ਲਿਖਿਆ ਸੀਗਾ ਦੈਟ ਇਜ਼ n ਇੰਟੂ ਇੰਪੀਰੀਕਲ ਫਾਰਮੂਲਾ, ਦੈਟ ਇਜ਼ n ਇੰਟੂ ਇੰਪੀਰੀਕਲ ਫਾਰਮੂਲਾ। ਮੈਨੂੰ ਇੰਪੀਰੀਕਲ ਫਾਰਮੂਲਾ ਮੇਰਾ ਨਿਕਲ ਆਇਆ ਦੈਟ ਇਜ਼ C1H2O1, ਬਟ ਮੈਨੂੰ n ਦੀ ਵੈਲਿਊ ਨਹੀਂ ਪਤਾ, ਮੈਂ n ਦੀ ਵੈਲਿਊ ਫਾਈਂਡ ਕਰਨੀ ਹੈ। n ਦੀ ਵੈਲਿਊ ਕਿੱਥੋਂ ਨਿਕਲੇਗੀ ਮੇਰੀ ਫਰੋਮ ਦ ਮੋਲੀਕੂਲਰ ਵੇਟ ਤੋਂ। ਹੁਣ ਮੋਲੀਕੂਲਰ ਵੇਟ ਕੀ ਹੁੰਦਾ ਹੈਗਾ ਸਾਡਾ n ਇੰਟੂ ਇੰਪੀਰੀਕਲ ਵੇਟ, ਠੀਕ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਮੋਲੀਕੂਲਰ ਵੇਟ ਜੋ ਹੈਗਾ ਐਂਡ ਇੰਪੀਰੀਕਲ ਵੇਟ ਹੈਗਾ, ਸਭ ਤੋਂ ਪਹਿਲਾਂ ਤੇ ਮੋਲੀਕੂਲਰ ਤੁਸੀਂ ਵੇਟ ਫਾਈਂਡ ਕਰੋਗੇ ਦੋਨਾਂ ਦਾ ਜੋ ਤੁਹਾਡੇ ਕੋਲ ਕੰਪਾਊਂਡ ਐਕਚੁਅਲੀ ਹੈਗਾ। ਹੁਣ ਜੋ ਕੰਪਾਊਂਡ ਹੈਗਾ ਆਪਣੇ ਕੋਲ ਮੋਲੀਕੂਲਰ ਜੋ ਮਾਸ ਗਿਵਨ ਸਾਨੂੰ ਕੁਐਸਚਨ ਵਿੱਚ ਸਾਨੂੰ ਪਹਿਲੇ ਤੋਂ ਗਿਵਨ ਸੀਗਾ ਦੈਟ ਇਜ਼ 60, ਠੀਕ ਹੈ ਜੀ। ਮੋਲੀਕੂਲਰ ਮਾਸ ਕੋਲ ਗਿਵਨ ਸੀਗਾ, ਮੋਲੀਕੂਲਰ ਆਪਣਾ ਜੋ ਇੰਪੀਰੀਕਲ ਵੇਟ ਅਸੀਂ ਕੱਢ ਲਵਾਂਗੇ। ਇੰਪੀਰੀਕਲ ਵੇਟ ਕਿੰਨਾ ਆਏਗਾ
इस पूरे कंपाउंड ਦਾ ਇੰਪੀਰੀਕਲ weight फाइंड करो। ਇਹਦਾ ਆਏਗਾ ਤੁਹਾਡਾ C1H2O1 ਦਾ, C1H2O1 ਦਾ, that is 12 plus 2 plus 16 ਤੁਸੀਂ फाइंड ਕਰੋਗੇ ਤੁਹਾਡਾ ਅਪਰੋਕਸੀਮੇਟ ਇਹਦਾ ਪੂਰਾ ਆਨਸਰ ਜਿਹੜਾ ਬਣੇਗਾ that is 30 ਬਣੇਗਾ। ਸੋ ਇੱਥੇ ਵੈਲਿਊ ਪੁੱਟ ਕਰ ਦਿਓ, that is molecular weight that is 60 n into empirical weight ਕਿੰਨਾ ਆ ਗਿਆ 30, ਸੋ ਤੁਹਾਡੀ ਇਹਦੀ ਵੈਲਿਊ ਕਿੰਨੀ ਦੇਗੀ 2। ਸੋ ਆਪਾਂ ਇਹ ਵੈਲਿਊ ਪੁੱਟ ਕਰਾਂਗੇ ਹੁਣ empirical formula ਦੇ ਵਿੱਚ here, so we get molecular formula is equal to 2 into empirical formula ਕੀ ਸਾਡੇ ਕੋਲ ਹੁਣ ਅਸੀਂ ਕੱਢ ਕੇ ਹਟੇ ਸੀਗੇ C1H2O1 ਮਲਟੀਪਲਾਈ ਕਰ ਦੋ, ਆਨਸਰ ਬਣ ਗਿਆ C2H4O2 is the required molecular formula of this whole compound। ਸੋ ਇੱਕ ਵਾਰੀ ਮੈਂ ਦੁਬਾਰਾ ਰਿਪੀਟ ਕਰੂੰਗਾ। ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਸੀਗਾ, ਐਲੀਮੈਂਟ ਦੇ ਨਾਮ ਲਿਖੇ, ਫਿਰ ਪਰਸੈਂਟ ਇਨਫੋਰਮੇਸ਼ਨ ਲਿਖੀ ਜੋ ਗਿਵਨ ਸੀਗੀ, ਠੀਕ ਹੈ, ਐਲੀਮੈਂਟ ਸੀ। ਉਸ ਤੋਂ ਬਾਅਦ ਸਾਨੂੰ ਹਰ ਇੱਕ ਐਲੀਮੈਂਟ ਦਾ ਮਾਸ ਪਤਾ ਹੋਣਾ ਚਾਹੀਦਾ ਹੈਗਾ। वैसे ज़्यादातर कई बार पेपर गिवन होता है, बट अगर गिवन नहीं भी होगा तो हमें तो थोड़े जो एलिमेंट्स है 1 तो लेकर 20 जो है अपने एलिमेंट्स है वो मास याद होने चाहिए बच्चों। उस तो बाद अगे परसेंट एटॉमिक रेशियो कटने वास्ते की करेंगे परसेंट कॉम्बिनेशन अपॉन एटॉमिक वेट, दैट इज 40/12, 6.7/1, 53.3/16 एंड वी गेट द रिक्वायर्ड सिंपलेस्ट रेशियो एज 3.3 क्योंकि जो सब तो छोटी वैल्यू किसी की 3.3 सी उन्हीं पर बाकी सारी जो सारी एटॉमिक रेशियो निकली उन्हें सारे डिवाइड कर देना। 3.3/3.3 is equal to 1, 6.7/3.3 is equal to 2 and 3.3/3.3 is equal to 1। So we get the molecular formula as C1H2O1 ਨਿਕਲ ਗਿਆ। ਹੁਣ ਮੋਲੀਕੂਲਰ ਅਸੀਂ ਇੰਪੀਰੀਕਲ ਫਾਰਮੂਲਾ ਨਿਕਲ ਗਿਆ, ਹੁਣ ਸਾਡੇ ਕੋਲ ਆ ਗਿਆ ਮੋਲੀਕੂਲਰ ਫਾਰਮੂਲਾ ਅਸੀਂ ਕੱਢਣਾ ਹੈਗਾ, that is n into empirical formula, ਠੀਕ ਹੈ। ਹੁਣ ਸਾਨੂੰ n ਦੀ ਵੈਲਿਊ ਨਹੀਂ ਪਤਾ, n ਦੀ ਵੈਲਿਊ ਫਾਈਂਡ ਕਰਨ ਵਾਸਤੇ ਅਸੀਂ ਫਾਰਮੂਲਾ ਲਗਾਵਾਂਗੇ ਮੋਲੀਕੂਲਰ weight ਦਾ। ਸੋ ਇੱਕ ਬੇਟਾ ਗੱਲ ਯਾਦ ਰੱਖਿਓ, ਜਦੋਂ ਵੀ ਅਸੀਂ ਮੋਲੀਕੂਲਰ ਫਾਰਮੂਲਾ ਫਾਈਂਡ ਕਰਨਾ ਹੈਗਾ, ਅਗਰ ਤੇ ਤੁਹਾਨੂੰ ਡਾਇਰੈਕਟ ਵੈਲਿਊਜ਼ ਗਿਵਨ ਹੈ ਠੀਕ ਹੈ, ਅਗਰ ਗਿਵਨ ਨਹੀਂ ਹੈਗੀਆਂ ਤਾਂ ਸਭ ਤੋਂ ਪਹਿਲਾਂ ਲਗਾਈਓ ਫਾਰਮੂਲਾ ਮੋਲੀਕੂਲਰ weight ਦਾ, that is n into empirical weight ਦਾ, ਠੀਕ ਹੈ ਜੀ। ਉਥੋਂ ਤੁਸੀਂ n ਦੀ ਵੈਲਿਊ ਕੱਢਿਓ, ਫਿਰ ਜਾ ਕੇ ਇੱਥੇ ਪੁੱਟ ਕਰਿਓ ਫਾਰਮੂਲੇ 'ਚ, that is 2 into C1H2O1, ਠੀਕ ਹੈ। ਇਹ ਸਟੂਡੈਂਟਸ ਹੁਣ ਸਾਡੇ ਕੋਲ ਅਗਲਾ ਕੁਐਸਚਨ ਹੈਗਾ, ਮੈਂ ਇਹਦੇ ਵਿੱਚ ਡਾਇਰੈਕਟ ਵੈਲਿਊਜ਼ ਲਿਖੀਆਂ ਹੈਗੀਆਂ ਕਾਰਬਨ ਦੀ, ਹਾਈਡਰੋਜਨ ਦੀ 4.8 and 1, ਦੁਬਾਰਾ ਅਸੀਂ ਲਿਖਾਂਗੇ ਤੇ ਮਾਸ ਜੋ ਪਿਛਲੇ ਕੁਐਸਚਨ ਆਪਾਂ ਕਰਕੇ ਹਟੇ ਹਾਂ 12 and 1। ਉਸ ਤੋਂ ਬਾਅਦ ਐਟੋਮਿਕ ਰੇਸ਼ੀਓ ਕਿੰਨਾ ਹੈਗਾ 4.8/12, that is equal to 0.4 and 1/1 is equal to 1 ਐਂਡ ਇਸ ਤੋਂ ਬਾਅਦ ਅਸੀਂ ਕੱਢਾਂਗੇ ਸਿੰਪਲ ਰੇਸ਼ੀਓ। ਹੁਣ ਦੇਖੋ ਸਿੰਪਲ ਰੇਸ਼ੀਓ ਕੱਢਣ ਵਾਸਤੇ ਸਾਨੂੰ ਪਤਾ ਹੋਣਾ ਚਾਹੀਦਾ ਇਹਦੀ ਜੋ ਵੈਲਿਊ ਦੋਨੋਂ ਛੋਟੀ ਜਿਹੜੀ ਹੈ 0.4 ਛੋਟੀ ਹੈ, ਉਹਨੂੰ ਉਹਦੇ ਨਾਲ ਅਸੀਂ ਬਾਕੀ ਦੋਨੋਂ ਇਕੁਏਸ਼ਨ ਨੂੰ ਆਪਾਂ ਡਿਵਾਈਡ ਕਰ ਦੇਵਾਂਗੇ 0.4 ਡਿਵਾਈਡਡ ਬਾਈ 0.4 ਐਂਡ 1 ਡਿਵਾਈਡਡ ਬਾਈ 0.4। ਉਹ ਜਦੋਂ ਆਪਾਂ ਸੋਲਵ ਕੀਤਾ ਇਹਦਾ ਆਨਸਰ ਆਉਂਦਾ ਪਿਆ ਸਾਡਾ 1, ਇਹਦਾ ਨਿਕਲਦਾ ਪਿਆ 2.5। ਹੁਣ ਜੋ ਆਨਸਰ ਹੈਗਾ ਜੋ ਸਿੰਪਲ ਰੇਸ਼ੀਓ ਹੁੰਦੀ ਹੈ ਨਾ, ਉਹ ਹਮੇਸ਼ਾ ਆਣੀ ਚਾਹੀਦੀ ਹੋਲ ਨੰਬਰ ਦੇ ਵਿੱਚ। ਇਸ ਲਈ ਆਪਾਂ ਕੀ ਕਰਦੇ ਹਾਂ 2 ਦੇ ਨਾਲ ਮਲਟੀਪਲਾਈ, ਪਹਿਲੀ ਇਕੁਏਸ਼ਨ ਦੂਜੀ ਨੂੰ ਵੀ 2 ਦੇ ਨਾਲ ਮਲਟੀਪਲਾਈ ਐਂਡ ਵੀ ਗੈਟ ਦ ਰਿਕੁਆਇਰਡ ਮੋਲੀਕੂਲਰ ਜੋ ਇੰਪੀਰੀਕਲ ਜੋ ਫਾਰਮੂਲਾ ਸਾਡਾ ਆਉਂਦਾ ਪਿਆ, that is C2H5। ਹੁਣ ਇਹਦੀ ਫਾਈਂਡ ਨਾਲ ਕੀ ਕਰਨਾ ਸੀਗਾ ਮੋਲੀਕੂਲਰ ਫਾਰਮੂਲਾ। ਹੁਣ ਮੋਲੀਕੂਲਰ ਫਾਰਮੂਲਾ ਫਾਈਂਡ ਕਰਨ ਵਾਸਤੇ ਤੁਹਾਨੂੰ ਦੱਸਿਆ ਸੀਗਾ ਹੁਣੀ ਕਿ ਅਸੀਂ ਸਾਨੂੰ ਕੀ ਪਤਾ ਹੋਣਾ ਚਾਹੀਦਾ ਹੈਗਾ ਮੋਲੀਕੂਲਰ weight, ਜੋ ਐਕਚੁਅਲੀ ਜੋ n ਦੀ ਵੈਲਿਊ ਅਸੀਂ ਕੱਢਣੀ ਹੁੰਦੀ ਹੈ ਮੋਲੀਕੂਲਰ weight ਤੋਂ, ਠੀਕ ਹੈ। ਸੋ ਮੋਲੀਕੂਲਰ weight ਦੀ ਫਾਰਮੂਲਾ ਕੀ ਹੁੰਦਾ ਹੈਗਾ, ਮੋਲੀਕੂਲਰ weight ਇਜ਼ ਇਕੁਅਲ ਟੂ n into empirical weight, ਠੀਕ ਹੈ। ਉਸੇ ਫਾਰਮੂਲਾ ਲਗਾਵਾਂਗੇ, ਉੱਥੇ ਅਸੀਂ n ਦੀ ਵੈਲਿਊ ਕੱਢਾਂਗੇ, n ਦੀ ਵੈਲਿਊ ਕੱਢਣ ਤੋਂ ਬਾਅਦ ਫਿਰ ਅਸੀਂ ਇੱਥੇ ਵੈਲਿਊ ਪੁੱਟ ਕਰਾਂਗੇ, that is 2 into C2H5 into C4H10, ਠੀਕ ਹੈ। ਸੋ ਬੇਟਾ ਤੁਸੀਂ ਦੇਖ ਸਕਦੇ ਹੋ ਬਲੈਕ ਬੋਰਡ ਦੇ ਵਿੱਚ 2 into C2H5 upon ਸਾਡਾ ਆਨਸਰ ਕਿੰਨਾ ਆ ਗਿਆ C4H10, ਠੀਕ ਹੈ ਜੀ। ਸੋ ਗੇਮ ਇਹੀ ਹੈ ਕਿ ਅਗਰ ਅਸੀਂ ਜੋ ਮੋਲੀਕੂਲਰ ਫਾਰਮੂਲਾ ਜੋ ਫਾਈਂਡ ਅਸੀਂ ਕਰਨਾ ਹੈਗਾ, ਉਸ ਤੋਂ ਪਹਿਲਾਂ ਸਾਨੂੰ ਮੋਲੀਕੂਲਰ weight ਕੈਲਕੂਲੇਟ ਕਰਨਾ ਪੈਣਾ ਹੈਗਾ ਐਂਡ ਮੋਲੀਕੂਲਰ weight ਦੇ ਵਿੱਚੋਂ ਸਾਨੂੰ n ਦੀ ਵੈਲਿਊ ਨਿਕਲਣੀ ਹੈ। n ਦੀ ਵੈਲਿਊ ਨਿਕਲਣ ਤੋਂ ਬਾਅਦ ਫਿਰ ਅਸੀਂ ਇੱਥੇ ਵੈਲਿਊ ਪੁੱਟ ਕਰਨੀ ਹੈ n ਦੀ, that is 2 into empirical formula, that is 2 into C2H5 that we get the required answer as C4H10। ਸੋ ਇਸ ਤਰ੍ਹਾਂ ਤੁਸੀਂ ਇਹ ਸਾਰੇ ਜੋ ਕੁਐਸਚਨਸ ਹੈਗੇ ਆ ਇਹਨੂੰ ਤੁਸੀਂ ਅਟੈਂਪਟ ਕਰਨਾ ਹੈਗਾ। ਅਗਰ ਬਾਈ ਚਾਂਸ ਕੁਐਸਚਨ ਦੇ ਵਿੱਚ ਤੁਹਾਨੂੰ ਵੇਪਰ ਡੈਂਸਿਟੀ ਵੈਲਿਊ ਗਿਵਨ ਹੁੰਦੀ ਹੈ, ਉਹ 'ਚ ਤੁਸੀਂ ਸਿੱਧਾ ਵੈਲਿਊ ਪੁੱਟ ਕਰੋਗੇ ਆਪਣਾ ਫਾਰਮੂਲਾ ਲਗਾ ਕੇ। ਸਪੋਜ਼ ਕਰੋ ਅਗਰ ਇਸ ਕੁਐਸਚਨ 'ਚ ਵੈਲਿਊ ਤੁਹਾਨੂੰ ਗਿਵਨ ਹੈਗੀ ਵੇਪਰ ਡੈਂਸਿਟੀ ਦੀ 45, ਠੀਕ ਹੈ। ਸੋ ਸਿੱਧਾ ਤੁਸੀਂ ਫਾਰਮੂਲਾ ਯੂਜ਼ ਕਰ ਸਕਦੇ ਹੋ, molecular weight is equal to 2 into vapor density, so 2 into 49 that is equal to 2 into 45 is equal to 90। ਸੋ ਉਹਦੇ ਨਾਲ ਤੁਸੀਂ ਆਪਣਾ ਸਿੱਧਾ n ਦੀ ਵੈਲਿਊ ਕੈਲਕੂਲੇਟ ਕਰ ਸਕਦੇ ਹੋ। ਸੋ ਇਹ ਸੀਗਾ ਤੁਹਾਡਾ ਕਨਸੈਪਟ ਆਪਣਾ ਇੰਪੀਰੀਕਲ ਫਾਰਮੂਲਾ ਦਾ ਐਂਡ ਮੋਲੀਕੂਲਰ ਫਾਰਮੂਲਾ ਦਾ, ਉਹਦੇ ਨੂੰ ਜੋ ਨੂਮੈਰੀਕਲਸ ਪੇਪਰ 'ਚ ਆ ਸਕਦੇ ਆ ਉਹਨੂੰ ਕੈਲਕੂਲੇਟ ਕਰਨ ਵਾਸਤੇ। ਥੈਂਕ ਯੂ।